प्यारे विद्यार्थियों, मैं एक बार फिर हाज़र हाँ तुहाडे सामने 8वीं क्लास का इतिहास भाग पाठ 16 चैप्टर लैके पाठ 16 बस्तीवाद ਅਤੇ शहरी परिवर्तन। विद्यार्थियों, इस पाठ ਨੂੰ मैं एग्जामिनेशन पॉइंट ऑफ व्यू ਦੇ ਨਾਲ कवर ਕਰਨ ਦੀ पूरी कोशिश ਕਰਾਂਗੀ। ਸਭ ਤੋਂ ਪਹਿਲਾਂ ਅਸੀਂ ਇਹ ਸਮਝਾਂਗੇ ਕਿ ਬਸਤੀਵਾਦ ਅਤੇ ਸ਼ਹਿਰੀ परिवर्तन ਹੁੰਦਾ ਕੀ ਹੈ। ਸਭ ਤੋਂ ਪਹਿਲੇ ਬਸਤੀਵਾਦ। ਵਿਦਿਆਰਥੀਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਭਾਰਤ ਦੇਸ਼ ਵਿੱਚ ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀ। ਅਸੀਂ ਇਸ ਗੱਲ ਨੂੰ ਦਿਮਾਗ ਵਿੱਚ ਰੱਖਦੇ ਹੋਏ ਹੀ ਇਸ ਪਰਿਭਾਸ਼ਾ ਨੂੰ ਯਾਦ ਕਰਾਂਗੇ ਕਿ ਬਸਤੀਵਾਦ ਕੀ ਹੈ। ਜਦੋਂ ਕਿਸੇ ਇੱਕ ਦੇਸ਼ ਉੱਤੇ ਦੂਸਰੇ ਦੇਸ਼, ਇੱਕ ਦੇਸ਼ ਜਾਂ ਜ਼ਿਆਦਾ ਦੇਸ਼ਾਂ ਦਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਤੌਰ 'ਤੇ ਅਧਿਕਾਰ ਹੋ ਜਾਂਦਾ ਹੈ ਤਾਂ ਉਸ ਨੂੰ ਹੀ ਸਰਲ ਭਾਸ਼ਾ 'ਚ ਬਸਤੀਵਾਦ ਕਹਿੰਦੇ ਹਨ। ਹੁਣ ਮੈਂ ਪਰਿਭਾਸ਼ਾ ਸਹੀ ਸ਼ਬਦਾਂ ਦੇ ਨਾਲ ਬੋਲ ਕੇ ਤੁਹਾਨੂੰ ਦੱਸਾਂਗੀ। ਬਸਤੀਵਾਦ ਦਾ ਭਾਵ ਅਰਥ ਹੈ ਕਿਸੇ ਦੇਸ਼ ਉੱਤੇ ਦੂਜੇ ਦੇਸ਼ ਜਾਂ ਦੇਸ਼ਾਂ ਦੁਆਰਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਤੌਰ 'ਤੇ ਅਧਿਕਾਰ ਕਰਨਾ। ਨੈਕਸਟ ਇਜ਼ ਸ਼ਹਿਰੀ ਪਰਿਵਰਤਨ। ਵਿਦਿਆਰਥੀਓ, ਤੁਹਾਨੂੰ ਸਭ ਪਤਾ ਹੈ ਕਿ ਸ਼ਹਿਰਾਂ ਦਾ ਕੀ ਮਤਲਬ ਹੈ। ਸ਼ਹਿਰ ਜਿੱਥੇ ਕਿ ਹਰ ਸਹੂਲਤ ਮਿਲਦੀ ਹੋਵੇ। ਪਰਿਵਰਤਨ ਦਾ ਮਤਲਬ ਹੈ ਬਦਲਾਅ। ਅਤੇ ਜਦੋਂ ਜ਼ਰੂਰਤਾਂ ਦੇ ਮੁਤਾਬਕ ਸ਼ਹਿਰਾਂ ਦੇ ਵਿੱਚ ਕੋਈ ਪਰਿਵਰਤਨ ਆਉਂਦਾ ਹੈ, ਕੋਈ ਸ਼ਹਿਰ ਦੇ ਵਿੱਚ ਜ਼ਿਆਦਾ ਮਹੱਤਵਪੂਰਨ ਚੀਜ਼ਾਂ ਸਾਹਮਣੇ ਆਉਂਦੀਆਂ ਹਨ, ਉੱਥੇ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ, ਤਾਂ ਉਸ ਨੂੰ ਅਸੀਂ ਬੋਲਦੇ ਹਾਂ ਸ਼ਹਿਰੀ ਪਰਿਵਰਤਨ। ਕੋਈ ਤਰੱਕੀ ਹੁੰਦੀ ਹੈ ਜਾਂ ਕੋਈ ਵਪਾਰ ਵਿੱਚ ਵਾਧਾ ਹੁੰਦਾ ਹੈ ਉਸ ਕਸਬੇ 'ਚ, ਸ਼ਹਿਰ 'ਚ, ਤਾਂ ਉਸ ਨੂੰ ਅਸੀਂ ਕਹਾਂਗੇ ਕਿ ਸ਼ਹਿਰੀ ਪਰਿਵਰਤਨ ਹੋਇਆ ਅਤੇ ਉਸ ਸ਼ਹਿਰ ਦੀ ਮਹੱਤਤਾ ਜ਼ਿਆਦਾ ਵੱਧ ਗਈ। ਹੁਣ ਅਸੀਂ ਇਸ ਦਾ ਭਾਵ ਸਮਝਾਂਗੇ। ਸ਼ਹਿਰੀ ਪਰਿਵਰਤਨ ਤੋਂ ਭਾਵ ਹੈ ਕਿਸੇ ਦੇਸ਼ ਦੀ ਰਾਜਨੀਤਿਕ ਦਸ਼ਾ ਵਿੱਚ ਪਰਿਵਰਤਨ ਜਾਂ ਬਦਲਾਵ ਹੋਣ ਨਾਲ ਨੀ ਸ਼ਹਿਰੀਕਰਨ ਕਸਬਿਆਂ ਅਤੇ ਸ਼ਹਿਰਾਂ ਦੀ ਸਥਿਤੀ ਅਤੇ ਮਹੱਤਤਾ ਵਿੱਚ ਪਰਿਵਰਤਨ ਹੋਣਾ। ਜਿੱਥੇ ਪਹਿਲੇ ਕੋਈ ਵੀ ਮਹੱਤਵ ਨਹੀਂ ਸੀ, ਪਰ ਬਾਅਦ ਵਿੱਚ ਇੱਕਦਮ ਹੀ ਉਸ ਸ਼ਹਿਰ ਦਾ ਬਹੁਤ ਹੀ ਮਹੱਤਵ ਵੱਧ ਜਾਏ ਤਾਂ ਉਹਨੂੰ ਕਹਿੰਦੇ ਹਨ ਸ਼ਹਿਰੀ ਪਰਿਵਰਤਨ। ਹੁਣ ਅਸੀਂ ਗੱਲ ਕਰਾਂਗੇ ਅੰਗਰੇਜ਼ੀ ਸਾਮਰਾਜ ਦੇ ਸਮੇਂ ਦੀ ਕਿ ਨਵੇਂ ਸ਼ਹਿਰ ਅਤੇ ਕਸਬਿਆਂ ਦਾ ਉਤਥਾਨ। ਵਿਦਿਆਰਥੀਓ, ਨਵੇਂ ਸ਼ਹਿਰਾਂ ਅਤੇ ਕਸਬਿਆਂ ਦਾ ਉਤਥਾਨ ਤਦ ਹੁੰਦਾ ਹੈ ਜੇਕਰ ਉਹ ਰਾਜਨੀਤਿਕ ਸ਼ਕਤੀ ਦਾ ਕੇਂਦਰ ਜਾਂ ਆਰਥਿਕ ਗਤੀਵਿਧੀਆਂ ਦਾ ਧੁਰਾ ਜਾਂ ਸਮਾਜਿਕ ਜਾਂ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਹੋ ਜਾਵੇ। ਜੇਕਰ ਕਿਸੇ ਦੇਸ਼ ਦੀ ਰਾਜਸੀ ਸ਼ਕਤੀ ਵਿੱਚ ਪਰਿਵਰਤਨ ਹੋਣ ਨਾਲ ਸੰਬੰਧਿਤ ਸ਼ਾਸਕ ਆਪਣੀਆਂ ਰਾਜਧਾਨੀਆਂ ਬਦਲਦੇ ਹਨ ਤਾਂ ਉਦੋਂ ਕਈ ਕਸਬੇ ਆਪਣੀ ਮਹੱਤਤਾ ਖੋ ਬੈਠਦੇ ਹਨ ਅਤੇ ਨਵੇਂ ਕਸਬੇ ਉਹਨਾਂ ਦੀ ਥਾਂ ਲੈ ਲੈਂਦੇ ਹਨ। ਹੁਣ ਅਸੀਂ ਗੱਲ ਕਰਾਂਗੇ ਕਿ ਭਾਰਤ ਵਿੱਚ ਅੰਗਰੇਜ਼ੀ ਰਾਜ ਸਮੇਂ ਮਦਰਾਸ, ਬੰਬਈ ਅਤੇ ਕਲਕੱਤਾ ਨਵੇਂ ਕਸਬੇ ਹੋਂਦ ਵਿੱਚ ਆਏ ਅਤੇ ਅੱਜ ਅਸੀਂ ਇਸ ਪਾਠ ਦੇ ਵਿੱਚ ਇਹਨਾਂ ਹੀ ਕਸਬਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਵਿਦਿਆਰਥੀਓ, ਇਸ ਪਾਠ ਦੇ ਵਿੱਚ ਨਵੇਂ ਸ਼ਹਿਰ ਜਿਹੜੇ 3 ਹੋਂਦ ਵਿੱਚ ਆਏ ਅੰਗਰੇਜ਼ੀ ਸਾਮਰਾਜ ਦੇ ਸਮੇਂ ਵਿੱਚ, ਉਹਨਾਂ ਬਾਰੇ ਹੀ ਵਿਸਤਾਰ ਨਾਲ ਵਰਣਨ ਕੀਤਾ ਗਿਆ ਹੈ। ਅਸੀਂ ਸਭ ਤੋਂ ਪਹਿਲੇ ਇਹ ਜਾਣਕਾਰੀ ਲਵਾਂਗੇ ਕਿ ਮਦਰਾਸ, ਬੰਬਈ ਅਤੇ ਕਲਕੱਤਾ ਅੱਜ ਵੀ ਭਾਰਤ ਦੇ ਇੱਕ ਮਹੱਤਵਪੂਰਨ ਸ਼ਹਿਰ ਹਨ। ਮਦਰਾਸ ਪੁਰਾਤਨ ਨਾਮ ਹੈ ਅਤੇ ਅੱਜ ਕੱਲ੍ਹ ਉਸ ਦਾ ਨਾਮ ਬਦਲ ਕੇ ਚੇਨਈ ਰੱਖਿਆ ਗਿਆ ਹੈ। ਵਿਦਿਆਰਥੀਓ, ਇਹ ਤੁਹਾਡੇ ਆਮ ਗਿਆਨ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਹੈ ਉਹ ਵਾਧਾ ਕਰ ਦੇਣਗੀਆਂ। ਅਤੇ ਜਦੋਂ ਤੁਹਾਨੂੰ ਪ੍ਰਸ਼ਨ ਉੱਤਰਾਂ ਦੇ ਵਿੱਚ ਵੀ ਇਹ ਪ੍ਰਸ਼ਨ ਆਉਂਦਾ ਹੈ ਕਿ ਮਦਰਾਸ ਬਾਰੇ ਜਾਣਕਾਰੀ ਦਿਓ, ਬੰਬਈ ਬਾਰੇ ਦਿਓ ਜਾਂ ਕਲਕੱਤਾ ਦੇ ਬਾਰੇ ਦਿਓ, ਤਾਂ ਤੁਸੀਂ ਇਹਦੀ ਉੱਤਰ ਦੀ ਪਹਿਲੀ ਪੰਕਤੀ ਜਿਹੜੀ ਹੈ, ਪਹਿਲੀ ਲਾਈਨ ਦੇ ਵਿੱਚ ਤੁਸੀਂ ਇਹ ਲਿਖ ਸਕਦੇ ਹੋ ਕਿ ਪੁਰਾਤਨ ਨਾਮ ਮਦਰਾਸ ਹੈ ਪਰ ਆਧੁਨਿਕ ਨਾਮ ਮਦਰਾਸ ਦਾ ਚੇਨਈ ਹੈ ਜੋ ਕਿ ਤਮਿਲਨਾਡੂ ਰਾਜ ਵਿੱਚ ਹੈ। ਉਸੇ ਤਰ੍ਹਾਂ ਬੰਬਈ ਪੁਰਾਤਨ ਨਾਮ ਹੈ ਅਤੇ ਅੱਜ ਕੱਲ੍ਹ ਵਿਦਿਆਰਥੀਓ ਮੁੰਬਈ ਬੋਲਿਆ ਜਾਂਦਾ ਹੈ ਜਿਹੜਾ ਕਿ ਮਹਾਰਾਸ਼ਟਰ ਰਾਜ ਦੇ ਵਿੱਚ ਹੈ। ਅਤੇ ਥਰਡ ਵਨ ਹੈ ਕਲਕੱਤਾ, ਜਿਹਨੂੰ ਕਿ ਅਸੀਂ ਬੋਲਦੇ ਹਾਂ ਅੱਜ ਕੱਲ੍ਹ ਕੋਲਕਾਤਾ, ਅਤੇ ਉਹ ਹੈ ਪੱਛਮੀ ਬੰਗਾਲ ਦੇ ਅੰਦਰ। ਅਤੇ ਵਿਦਿਆਰਥੀਓ, ਹੁਣ ਅਸੀਂ ਥੋੜ੍ਹੀ ਜਿਹੀ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲੇ ਬਰੀਫ ਦੇ ਵਿੱਚ ਮਦਰਾਸ ਦੇ ਬਾਰੇ। ਜਿੱਦਾਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਉਹਨੂੰ ਅੱਜ ਕੱਲ੍ਹ ਆਧੁਨਿਕ ਨਾਮ, ਮਾਡਰਨ ਨੇਮ ਹੈ ਚੇਨਈ, ਤਮਿਲਨਾਡੂ ਰਾਜ ਦੇ ਵਿੱਚ ਹੈ। ਭਾਰਤ ਦੇ ਪੂਰਬੀ ਤੱਟ ਦੇ ਉੱਤੇ ਸਥਿਤ ਹੈ
ਵਿਦਿਆਰਥੀਓ ਇਹ ਪ੍ਰਸ਼ਨ ਆਉਂਦਾ ਹੈ ਕਿ ਮਦਰਾਸ ਦੇ ਬਾਰੇ ਜਾਣਕਾਰੀ ਦਿਓ ਤੇ ਤੁਸੀਂ ਮਦਰਾਸ ਬਾਰੇ ਕੀ ਜਾਣਕਾਰੀ ਦਿਓਗੇ। ਭਾਰਤ ਦੇ ਪੂਰਬੀ ਤੱਟ ਉੱਤੇ ਸਥਿਤ ਹੈ। ਈਸਟ ਇੰਡੀਆ ਕੰਪਨੀ ਦੀ ਪ੍ਰੈਜ਼ੀਡੈਂਸੀ ਦਾ ਕੇਂਦਰ ਰਿਹਾ। ਹੁਣ ਤੁਹਾਡੇ ਲਈ ਇਹ ਨਵਾਂ ਸ਼ਬਦ ਹੈ ਪ੍ਰੈਜ਼ੀਡੈਂਸੀ। ਈਸਟ ਇੰਡੀਆ ਕੰਪਨੀ ਮਤਲਬ ਅੰਗਰੇਜ਼ਾਂ ਦੀ ਜਿਹੜੀ ਵਪਾਰਕ ਕੰਪਨੀ ਸੀ ਉਹਦੀ ਪ੍ਰੈਜ਼ੀਡੈਂਸੀ ਦਾ ਕੇਂਦਰ ਰਿਹਾ। ਤੇ ਪ੍ਰੈਜ਼ੀਡੈਂਸੀ ਵਿਦਿਆਰਥੀਓ ਉਹਦਾ ਮਤਲਬ ਹੈ ਉਪਨਿਵੇਸ਼ਕ ਭਾਰਤ ਨੂੰ ਸ਼ਾਸਨ ਪ੍ਰਬੰਧ ਦੇ ਉਦੇਸ਼ ਨਾਲ ਬੰਬਈ, ਮਦਰਾਸ ਅਤੇ ਬੰਗਾਲ ਪ੍ਰੈਜ਼ੀਡੈਂਸੀਆਂ ਵਿੱਚ ਵੰਡਿਆ ਗਿਆ ਸੀ। ਹਿੱਸੇ ਕਰ ਦਿੱਤੇ ਗਏ ਸੀਗੇ ਆਪਣੀ ਕੰਪਨੀ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ। ਉਹਦੇ 'ਚ 3 ਸ਼ਹਿਰ ਜਿਹੜੇ ਸੀ, ਕਸਬੇ ਜਿਹੜੇ ਸੀ ਨਵੇਂ, ਉਹਨਾਂ ਨੂੰ ਸ਼ਾਮਲ ਕੀਤਾ ਗਿਆ, ਮਦਰਾਸ, ਬੰਬਈ ਅਤੇ ਕਲਕੱਤਾ। ਤੇ ਨੈਕਸਟ ਪੁਆਇੰਟ ਹੈ ਬੜਾ ਹੀ ਇੰਪੋਰਟੈਂਟ ਕਿ ਇਸ ਮਦਰਾਸ ਕਸਬੇ ਦੀ ਜਾਂ ਸ਼ਹਿਰ ਦੀ ਜਿਹੜੀ ਸਥਾਪਨਾ ਹੈ ਉਹ 1639 ਈਸਵੀ ਵਿੱਚ ਫਰਾਂਸਿਸ ਡੇ ਨੇ ਕੀਤੀ। ਇਹ ਬੜਾ ਹੀ ਪ੍ਰਸਿੱਧ ਬੰਦਰਗਾਹ ਨਗਰ ਵੀ ਹੈ ਤੇ ਉਦਯੋਗਿਕ ਕੇਂਦਰ ਵੀ। ਵਿਦਿਆਰਥੀਓ ਇੱਕ ਪ੍ਰਸ਼ਨ ਪੁੱਛਦੇ ਹੁੰਦੇ ਆ ਕਿ ਕਿਸੇ ਸ਼ਹਿਰ ਦਾ ਨਾਮ ਲੈ ਕੇ ਮਦਰਾਸ, ਬੰਬਈ ਜਾਂ ਕਲਕੱਤਾ ਦਾ ਕਿ ਉੱਥੇ ਦੇ ਵੇਖਣਯੋਗ ਸਥਾਨ ਕਿਹੜੇ ਹੈ। ਤਾਂ ਵਿਦਿਆਰਥੀਓ ਤੁਸੀਂ ਆਨਸਰ ਵਿੱਚ ਇਹਨਾਂ ਵਿੱਚੋਂ ਕੋਈ ਵੀ ਨਾਮ ਲਿਖ ਸਕਦੇ ਹੋ। ਗਿਰਜਾ ਘਰ, ਮਦਰਾਸ ਹਾਈ ਕੋਰਟ, ਤੁਸੀਂ 3-4 ਨਾਮ ਲਿਖ ਸਕਦੇ ਹੋ। ਭਵਨ ਵੀ ਉੱਥੇ ਦੇ ਬੜੇ ਹੀ ਮਸ਼ਹੂਰ ਹਨ। ਸੁੰਦਰ ਮੰਦਰ, ਸਮਾਰਕ ਤੇ ਸਮੁੰਦਰੀ ਤੱਟ। ਸਮੁੰਦਰ ਦੇ ਕਿਨਾਰੇ ਨੂੰ ਬੋਲਿਆ ਜਾਂਦਾ ਹੈ ਸਮੁੰਦਰ ਤੱਟ। ਤੇ ਤੁਸੀਂ ਇਹਨਾਂ 'ਚੋਂ ਕੋਈ ਵੀ ਨਾਮ ਵੇਖਣਯੋਗ ਸਥਾਨਾਂ ਵਿੱਚ ਲਿਖ ਸਕਦੇ ਹੋ। ਨੈਕਸਟ ਹੈਗਾ ਸਾਡੇ ਕੋਲ ਸ਼ਹਿਰ ਬੰਬਈ। ਵਿਦਿਆਰਥੀਓ ਤੁਸੀਂ ਇਹਦਾ ਨਾਮ ਸੁਣਿਆ ਹੀ ਹੈ, ਮੁੰਬਈ, ਮਹਾਰਾਸ਼ਟਰ। ਇਹ ਪ੍ਰਸਿੱਧ ਵਪਾਰਕ ਕੇਂਦਰ ਹੈ, ਉਦਯੋਗਿਕ ਕੇਂਦਰ ਹੈ ਤੇ ਸੱਭਿਆਚਾਰਕ ਕੇਂਦਰ ਵੀ ਹੈ। ਵਿਦਿਆਰਥੀਓ ਇਹ ਅੱਜ ਨਹੀਂ, ਇਹ ਪੁਰਾਣੇ ਸਮੇਂ ਤੋਂ ਹੀ ਇਹ ਜਿਹੜਾ ਬੰਬਈ ਸ਼ਹਿਰ ਹੈ ਉਹ ਵਪਾਰਕ ਕੇਂਦਰ, ਉਦਯੋਗਿਕ ਕੇਂਦਰ ਤੇ ਸੱਭਿਆਚਾਰ ਦਾ ਕੇਂਦਰ ਰਿਹਾ ਹੈ। ਅੰਗਰੇਜ਼ਾਂ ਦੀ ਮਹੱਤਵਪੂਰਨ ਪ੍ਰੈਜ਼ੀਡੈਂਸੀ ਮੰਨਿਆ ਜਾਂਦਾ ਸੀ। ਵੇਖਣਯੋਗ ਸਥਾਨਾਂ ਵਿੱਚ ਹੈ ਵਿਦਿਆਰਥੀਓ ਜੂਹੂ ਬੀਚ, ਚੌਪਾਟੀ, ਕੋਲਾਬਾ, ਮਾਲਾਬਾਰ ਹਿੱਲ, ਅਜਾਇਬ ਘਰ, ਬੰਬਈ ਯੂਨੀਵਰਸਿਟੀ, ਵਿਕਟੋਰੀਆ ਬਾਗ, ਕਮਲਾ ਨਹਿਰੂ ਪਾਰਕ। ਤੇ ਨੈਕਸਟ ਹੈ ਕਲਕੱਤਾ। ਵਿਦਿਆਰਥੀਓ ਜਿਸ ਤਰ੍ਹਾਂ ਉਹ 2 ਸ਼ਹਿਰਾਂ ਦੇ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕੀਤੀ, ਅਸੀਂ ਕਲਕੱਤਾ ਦੇ ਬਾਰੇ ਵੀ ਬਰੀਫ ਵਿੱਚ ਜਾਣਕਾਰੀ ਲਵਾਂਗੇ। ਕਲਕੱਤਾ ਦਾ ਆਧੁਨਿਕ ਨਾਮ ਹੈ ਕੋਲਕਾਤਾ, ਪੱਛਮੀ ਬੰਗਾਲ ਵਿੱਚ ਸਥਿਤ ਹੈ। ਪ੍ਰਸਿੱਧ ਵਪਾਰਕ ਬਸਤੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅੰਗਰੇਜ਼ੀ ਕਾਲ ਦੇ ਸਮੇਂ। 1695 ਈਸਵੀ ਵਿੱਚ ਵਿਦਿਆਰਥੀਓ ਇਹ ਬਹੁਤ ਹੀ ਮਹੱਤਵਪੂਰਨ ਪੁਆਇੰਟ ਹੈ, ਇਹ ਪ੍ਰਸ਼ਨ ਆਉਂਦਾ ਵੀ ਹੈ ਐਗਜ਼ਾਮਸ ਦੇ ਵਿੱਚ ਕਿ ਅੰਗਰੇਜ਼ਾਂ ਨੇ ਆਪਣੀ ਪਹਿਲੀ ਵਪਾਰਕ ਫੈਕਟਰੀ ਕਿੱਥੇ ਖੋਲ੍ਹੀ। ਤਾਂ ਉਹਦਾ ਆਨਸਰ ਲਿਖਿਆ ਹੋਇਆ ਹੈ ਕਿ ਕਲਕੱਤਾ ਦੇ ਵਿੱਚ 1695 ਈਸਵੀ ਵਿੱਚ ਅੰਗਰੇਜ਼ਾਂ ਨੇ ਪਹਿਲੀ ਵਪਾਰਕ ਫੈਕਟਰੀ ਖੋਲ੍ਹੀ। ਤੇ ਇੱਕ ਪੁਆਇੰਟ ਹੋਰ ਹੈ ਤੁਹਾਡੇ ਆਮ ਗਿਆਨ ਦੇ ਲਈ ਜੀਕੇ ਦੇ ਤੌਰ 'ਤੇ ਕਿ ਕਲਕੱਤਾ ਤੋਂ ਪਿਸ਼ਾਵਰ ਤੱਕ ਅੰਗਰੇਜ਼ਾਂ ਨੇ GT ਰੋਡ ਵੀ ਬਣਾਈ ਸੀ। ਨੈਕਸਟ ਇਜ਼ 1757 ਈਸਵੀ ਵਿੱਚ ਪਲਾਸੀ ਅਤੇ 1764 ਈਸਵੀ ਵਿੱਚ ਬਕਸਰ ਦੀ ਲੜਾਈ ਵਿੱਚ ਬੰਗਾਲ ਦੀ ਹਾਰ ਹੋ ਜਾਣ ਕਾਰਨ ਕਲਕੱਤਾ ਸ਼ਹਿਰ ਦੀ ਮਹੱਤਤਾ ਵੱਧ ਗਈ। ਹੁਣ ਇਹਦੇ ਦੇਖਣਯੋਗ ਸਥਾਨ ਹੈ ਕਲਕੱਤਾ ਦੇ ਹਾਵੜਾ ਪੁਲ, ਵਿਕਟੋਰੀਆ ਮੈਮੋਰੀਅਲ, ਬੋਟੈਨੀਕਲ ਗਾਰਡਨ, ਭਾਰਤੀ ਅਜਾਇਬ ਘਰ, ਵੈਲੂਰ ਮੱਠ, ਅਲੀਗੜ੍ਹ ਚਿੜੀਆ ਘਰ, ਰਾਸ਼ਟਰੀ ਪੁਸਤਕਾਲੇ। ਵਿਦਿਆਰਥੀਓ ਸਭ ਤੋਂ ਇੰਪੋਰਟੈਂਟ ਸ਼ਹਿਰ ਜਿਹੜਾ ਕਿ ਪਹਿਲਾਂ ਵੀ ਬੜਾ ਹੀ ਮਹੱਤਵਪੂਰਨ ਸੀ ਤੇ ਅੱਜ ਦੇ ਸਮੇਂ ਵਿੱਚ ਵੀ ਇਹ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ, ਉਸ ਦਾ ਨਾਮ ਹੈ ਦਿੱਲੀ। ਵਿਦਿਆਰਥੀਓ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਰਤ ਦੀ ਰਾਜਧਾਨੀ ਹੈ ਦਿੱਲੀ। ਇਹ ਜਮਨਾ ਨਦੀ ਦੇ ਕੰਢੇ ਉੱਤੇ ਸਥਿਤ ਹੈ। ਮਹਾਕਾਵ ਕਾਲ ਵਿੱਚ ਪੁਰਾਣੇ ਗ੍ਰੰਥਾਂ ਵਿੱਚ ਇਸ ਨੂੰ ਦਿੱਲੀ ਨੂੰ ਇੰਦਰਪ੍ਰਸਥ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਇਸ ਨੂੰ ਸ਼ਾਹਜਹਾਂਬਾਦ ਕਿਹਾ ਗਿਆ ਤੇ ਉਸ ਤੋਂ ਬਾਅਦ 1911 ਈਸਵੀ ਵਿੱਚ ਅੰਗਰੇਜ਼ਾਂ ਦੀ ਰਾਜਧਾਨੀ ਦਿੱਲੀ ਬਣ ਗਈ ਤੇ ਅੰਗਰੇਜ਼ਾਂ ਨੇ ਦਿੱਲੀ ਨੂੰ ਨਾਮ ਦਿੱਤਾ ਨਵੀਂ ਦਿੱਲੀ। ਉਸ ਤੋਂ ਬਾਅਦ ਵਿਦਿਆਰਥੀਓ ਅਲੱਗ-ਅਲੱਗ ਸਮੇਂ ਦੇ ਵਿੱਚ ਮੁਗਲ ਸ਼ਾਸਕ, ਮਹਾਨ ਮੁਗਲ ਬਾਦਸ਼ਾਹ ਅਕਬਰ ਸਮੇਂ ਕੁਝ ਦੇਰ ਲਈ ਆਗਰਾ ਤੇ ਫਤਿਹਪੁਰ ਸੀਕਰੀ ਮੁਗਲਾਂ ਦੀ ਰਾਜਧਾਨੀ ਬਣੇ ਰਹੇ, ਪਰ ਬਾਕੀ ਜਿਹੜੇ ਮੁਗਲ ਸ਼ਾਸਕ ਸੀ ਉਹਨਾਂ ਦੀ ਰਾਜਧਾਨੀ ਜ਼ਿਆਦਾ ਤੌਰ 'ਤੇ ਦਿੱਲੀ ਹੀ ਰਹੀ। ਇਸ ਕਰਕੇ ਦਿੱਲੀ ਨਗਰ ਦੀ ਮਹੱਤਤਾ ਬਹੁਤ ਵੱਧ ਗਈ ਸੀ। ਦਿੱਲੀ ਦੇ ਵੇਖਣਯੋਗ ਸਥਾਨ ਹੈ ਬਹੁਤ ਸਾਰੇ ਹੈ ਵਿਦਿਆਰਥੀਓ, ਤੁਸੀਂ ਕੋਈ ਵੀ ਇਹਨਾਂ 'ਚੋਂ 4 ਜਾਂ 5 ਨਾਮ ਲਿਖ ਸਕਦੇ ਹੋ ਪੇਪਰ ਦੇ ਵਿੱਚ। ਲਾਲ ਕਿਲ੍ਹਾ, ਚਿੜੀਆ ਘਰ, ਇੰਡੀਆ ਗੇਟ, ਜੰਤਰ ਮੰਤਰ,
पार्लीमेंट हाउस, दिल्ली यूनिवर्सिटी, जवाहरलाल यूनिवर्सिटी, बिरला मंदिर, गुरुद्वारा सीसगंज साहिब, गुरुद्वारा बंगला ਸਾਹਿਬ ਅਤੇ ਸ਼ਾਂਤੀਵਨ। ਉਸ ਤੋਂ ਬਾਅਦ ਹੈ ਬਸਤੀਵਾਦੀ ਨੀਤੀਆਂ ਤੇ ਸੰਸਥਾਵਾਂ ਲਾਗੂ ਕੀਤੀਆਂ ਗਈਆਂ ਅੰਗਰੇਜ਼ਾਂ ਦੁਆਰਾ। 1857 ਈਸਵੀ ਦੇ ਵਿਦਰੋਹ ਤੋਂ ਬਾਅਦ ਅੰਗਰੇਜ਼ੀ ਸਰਕਾਰ ਨੇ ਭਾਰਤੀ ਸਮਾਜ ਨੂੰ ਸੰਗਠਿਤ ਕਰਨ ਲਈ ਕਈ ਨੀਤੀਆਂ ਅਤੇ ਸੰਸਥਾਵਾਂ ਦੀ ਸ਼ੁਰੂਆਤ ਕੀਤੀ। ਵਿਦਿਆਰਥੀਓ, ਬਸਤੀਵਾਦੀ ਨੀਤੀਆਂ ਤੇ ਸੰਸਥਾਵਾਂ ਲਾਗੂ ਕਰਨ ਦਾ ਭਾਵ ਹੈ ਕਿ ਅੰਗਰੇਜ਼ਾਂ ਨੇ ਭਾਰਤ ਵਿੱਚ ਰਹਿੰਦੇ ਹੋਏ ਕਈ ਸੁਧਾਰ ਕੀਤੇ, ਕਈ ਨੀਤੀਆਂ ਅਪਣਾਈਆਂ ਅਤੇ ਕਈ ਸੰਸਥਾਵਾਂ ਖੋਲ੍ਹੀਆਂ। ਉਸ ਬਾਰੇ ਅਸੀਂ ਸੰਖੇਪ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ। ਅੰਗਰੇਜ਼ਾਂ ਨੇ ਨਗਰ ਪਾਲਿਕਾਵਾਂ, ਲੋਕ ਜਨ ਕਾਰਜ ਵਿਭਾਗ ਅਤੇ ਰੇਲ ਮਾਰਗ ਦਾ ਜਾਲ ਵਿਛਾਉਣਾ ਇਹ ਉਦੇਸ਼ ਰੱਖੇ ਅਤੇ ਇਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਵਿਦਿਆਰਥੀਓ, ਇਹ ਐਗਜ਼ਾਮੀਨੇਸ਼ਨ ਦੇ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਕਿਹੜੇ ਕਿਹੜੇ ਸੁਧਾਰ ਕੀਤੇ ਗਏ ਅੰਗਰੇਜ਼ੀ ਕਾਲ ਦੇ ਸਮੇਂ। ਤਾਂ ਤੁਸੀਂ ਇਹ ਆਨਸਰਸ ਨੂੰ ਯਾਦ ਕਰ ਸਕਦੇ ਹੋ, ਪੁਆਇੰਟਸ ਨੂੰ ਆਪਣੇ ਮਨ ਵਿੱਚ ਰੱਖ ਸਕਦੇ ਹੋ ਕਿ ਨਗਰ ਪਾਲਿਕਾਵਾਂ ਬਣਾਈਆਂ ਗਈਆਂ, ਲੋਕ ਸੁਧਾਰ ਲਈ ਕੰਮ ਕੀਤੇ ਗਏ ਅਤੇ ਰੇਲ ਮਾਰਗ ਬਣਾਏ ਗਏ। ਹੁਣ ਅਸੀਂ ਇੱਕ ਇੱਕ ਕਰਕੇ ਇੱਕ ਪੁਆਇੰਟ ਦੇ ਬਾਰੇ ਵਿਸਤਾਰ 'ਚ ਪੜ੍ਹਾਂਗੇ। ਨਗਰ ਪਾਲਿਕਾਵਾਂ। ਸਭ ਤੋਂ ਪਹਿਲਾਂ 1887 ਅਤੇ 88 ਈਸਵੀ ਵਿੱਚ ਮਦਰਾਸ ਵਿੱਚ ਨਗਰ ਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ ਗਈ। ਬਾਅਦ ਵਿੱਚ ਬੰਬਈ ਅਤੇ ਕਲਕੱਤਾ ਵਿੱਚ ਵੀ ਕੀਤੀ ਗਈ। ਨਗਰ ਪਾਲਿਕਾਵਾਂ ਦੇ ਕੀ ਉਦੇਸ਼ ਸੀ ਕਿ ਉਹ ਕਿਸ ਚੀਜ਼ ਦਾ ਸੁਧਾਰ ਕਰਨਾ ਚਾਹੁੰਦੇ ਹਨ? ਉਹ ਪੁਆਇੰਟਸ ਹਨ: ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਖੋਲ੍ਹੇ, ਨਗਰਾਂ ਦੀ ਸਫਾਈ, ਰਾਤ ਦੀ ਰੋਸ਼ਨੀ ਦਾ ਪ੍ਰਬੰਧ, ਪਾਣੀ ਦੀਆਂ ਸਹੂਲਤਾਂ, ਇਲਾਜ ਲਈ ਡਿਸਪੈਂਸਰੀਆਂ, ਮੁਫਤ ਦਵਾਈਆਂ ਅਤੇ ਟੀਕੇ ਲਗਾਉਣ ਦਾ ਕੰਮ। ਨਗਰ ਪਾਲਿਕਾਵਾਂ ਖੋਲ੍ਹੀਆਂ ਗਈਆਂ, ਪ੍ਰੋਪਰ ਮੈਨੇਜਮੈਂਟ ਕੀਤੀ ਗਈ ਵੱਡੇ ਵੱਡੇ ਸ਼ਹਿਰਾਂ ਦੀ। ਕਿਹੜੇ ਉਹ 3 ਸ਼ਹਿਰ ਸੀ ਜਿੱਥੇ ਨਗਰ ਪਾਲਿਕਾਵਾਂ ਬਣਾਈਆਂ ਗਈਆਂ? ਮਦਰਾਸ, ਬੰਬਈ ਅਤੇ ਕਲਕੱਤਾ। ਵਿਦਿਆਰਥੀਓ, ਇਹ ਉਹੀ ਸ਼ਹਿਰ ਹਨ ਜਿਨ੍ਹਾਂ ਦੇ ਬਾਰੇ ਅਸੀਂ ਪਹਿਲੇ ਪੜ੍ਹ ਚੁੱਕੇ ਹਾਂ। ਸਰਵਜਨਕ ਕਾਰਜ ਦੇ ਬਾਰੇ ਹੁਣ ਮੈਂ ਜਾਣਕਾਰੀ ਦੇਣ ਲੱਗੀ ਹਾਂ। ਵਿਦਿਆਰਥੀਓ, ਇਹ ਪੇਪਰ ਦੇ ਵਿੱਚ ਬਹੁਤ ਵਾਰ ਪ੍ਰਸ਼ਨ ਆਉਂਦਾ ਹੈ ਕਿ ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ? ਤਾਂ ਉਹਦਾ ਉੱਤਰ ਲਿਖੋਗੇ ਤੁਸੀਂ, ਲਾਰਡ ਡਲਹੌਜ਼ੀ ਨੇ ਜਨਤਾ ਦੀ ਭਲਾਈ ਲਈ ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਕੀਤੀ। ਵਿਦਿਆਰਥੀਓ, ਇਹ ਪ੍ਰਸ਼ਨ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਬਹੁਤ ਹੀ ਇੰਪੋਰਟੈਂਟ ਹੈ। ਅਤੇ ਉਸ ਤੋਂ ਇਲਾਵਾ ਸੜਕਾਂ, ਨਹਿਰਾਂ, ਪੁਲ ਤਿਆਰ ਕਰਵਾਏ। 1853 ਈਸਵੀ ਵਿੱਚ ਗੰਗਾ ਨਹਿਰ ਤਿਆਰ ਕਰਵਾਈ ਅਤੇ ਰੁੜਕੀ ਵਿੱਚ ਕਾਲਜ ਖੋਲ੍ਹਿਆ, ਇੰਜੀਨੀਅਰਿੰਗ ਕਾਲਜ, ਜਿਹੜਾ ਕਿ ਅੱਜ ਵੀ ਬਹੁਤ ਹੀ ਮਹੱਤਵ ਰੱਖਦਾ ਹੈ। ਉਸ ਤੋਂ ਬਾਅਦ ਰੇਲਵੇ ਲਾਈਨਾਂ। ਇਹ ਅੰਗਰੇਜ਼ਾਂ ਦੇ ਸਮੇਂ 'ਤੇ ਹੀ ਸਾਡੇ ਭਾਰਤ ਵਿੱਚ ਰੇਲਵੇ ਲਾਈਨ ਸ਼ੁਰੂ ਹੋਈ ਸੀ। ਲਾਰਡ ਡਲਹੌਜ਼ੀ ਦੇ ਸਮੇਂ 1853 ਈਸਵੀ ਵਿੱਚ ਭਾਰਤ ਦੀ ਪਹਿਲੀ ਰੇਲਵੇ ਲਾਈਨ ਬਣੀ। ਉਹ ਰੇਲਵੇ ਲਾਈਨ ਬੰਬਈ ਤੋਂ ਲੈ ਕੇ ਥਾਣਾ ਸ਼ਹਿਰ ਤੱਕ ਬਣਾਈ ਗਈ। ਵਿਦਿਆਰਥੀਓ, ਤੁਹਾਨੂੰ ਮੈਂ ਨਾਲ ਇਹ ਵੀ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਸਾਈਨ ਹੈ ਰੇਲਵੇ ਲਾਈਨ ਦਾ। ਜਦੋਂ ਤੁਸੀਂ ਨਕਸ਼ਾ ਭਰਦੇ ਹੋ ਅਤੇ ਉਹਦੇ ਵਿੱਚ ਜੇ ਇਹ ਸੰਕੇਤ ਆਉਂਦਾ ਹੈ ਤਾਂ ਉਹਦਾ ਅਰਥ ਹੈ ਕਿ ਰੇਲਵੇ ਲਾਈਨ। ਅਤੇ ਵਿਦਿਆਰਥੀਓ, ਇਹ ਪ੍ਰਸ਼ਨ ਬਾਰ-ਬਾਰ ਐਗਜ਼ਾਮਸ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਭਾਰਤ ਦੀ ਪਹਿਲੀ ਰੇਲਵੇ ਲਾਈਨ ਕਦੋਂ ਬਣੀ, ਕਿਸ ਨੇ ਬਣਵਾਈ ਅਤੇ ਕਿੱਥੋਂ ਲੈ ਕੇ ਕਿੱਥੇ ਤੱਕ ਬਣੀ? ਤਾਂ ਉਹਦਾ ਉੱਤਰ ਹੈ, ਦੁਬਾਰਾ ਦੱਸ ਰਹੀ ਹਾਂ, ਲਾਰਡ ਡਲਹੌਜ਼ੀ ਦੇ ਸਮੇਂ ਬਣੀ 1853 ਦੇ ਵਿੱਚ ਅਤੇ ਬੰਬਈ ਤੋਂ ਲੈ ਕੇ ਥਾਣਾ ਸ਼ਹਿਰ ਤੱਕ ਬਣਾਈ ਗਈ। 1854 ਵਿੱਚ ਵੀ ਇੱਕ ਰੇਲਵੇ ਲਾਈਨ ਬਣਾਈ ਗਈ, ਕਲਕੱਤਾ ਤੋਂ ਲੈ ਕੇ ਰਾਣੀਗੰਜ ਤੱਕ। ਇਹਨਾਂ ਦਾ ਉਦੇਸ਼ ਕੀ ਸੀ? ਅੰਗਰੇਜ਼ੀ ਰਾਜ ਦੇ ਸਮੇਂ ਅੰਗਰੇਜ਼ਾਂ ਦਾ ਕੀ ਉਦੇਸ਼ ਸੀ ਕਿ ਉਹਨਾਂ ਨੇ ਰੇਲਵੇ ਲਾਈਨਾਂ ਨੂੰ ਬਣਵਾਇਆ? ਉਦੇਸ਼ ਸੀ ਸੈਨਾ ਇੱਕ ਸਥਾਨ ਤੋਂ ਦੂਸਰੀ ਸਥਾਨ ਤੱਕ ਜਾਣ ਲਈ ਰੇਲਵੇ ਲਾਈਨਾਂ 'ਤੇ ਰੇਲ ਗੱਡੀਆਂ ਚੱਲ ਸਕਦੀਆਂ ਸਨ। ਇੰਗਲੈਂਡ ਵਿੱਚ ਦੀਆਂ ਮਿੱਲਾਂ ਦਾ ਜਿਹੜਾ ਸਮਾਨ ਸੀ ਉਹ ਭਾਰਤ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਉਣਾ ਸੀ ਵੇਚਣ ਵਾਸਤੇ, ਉਸ ਲਈ ਵੀ ਰੇਲਵੇ ਲਾਈਨਾਂ ਦਾ ਪ੍ਰਯੋਗ ਕੀਤਾ ਗਿਆ। ਨੈਕਸਟ ਸਾਡਾ ਪੁਆਇੰਟ ਹੈ ਪੁਲਿਸ ਵਿਭਾਗ ਦੇ ਵਿੱਚ ਸਭ ਤੋਂ ਪਹਿਲੇ ਜੇ ਅਸੀਂ ਗੱਲ ਕਰੀਏ ਕਿ ਪੁਲਿਸ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ, ਤਾਂ ਇਹ ਬਾਰ-ਬਾਰ ਐਗਜ਼ਾਮਸ ਦੇ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਪੁਲਿਸ ਵਿਭਾਗ ਦੀ ਸਥਾਪਨਾ ਭਾਰਤ ਵਿੱਚ ਕਿਸ ਦੁਆਰਾ ਕੀਤੀ ਗਈ? ਅਤੇ ਉਹਦਾ ਉੱਤਰ ਹੈ ਲਾਰਡ ਕਾਰਨਵਾਲਿਸ ਦੁਆਰਾ। ਲਾਰਡ ਕਾਰਨਵਾਲਿਸ ਨੇ ਪੁਲਿਸ ਵਿਭਾਗ ਦੀ ਸਥਾਪਨਾ ਕੀਤੀ ਅਤੇ ਉਸਨੇ ਪੁਲਿਸ ਵਿਭਾਗ ਦੇ ਨਿਰਮਾਣ ਦੇ ਨਾਲ
ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਭਾਰਤ ਨੂੰ ਸਹੀ ਢੰਗ ਨਾਲ, ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ। ਜ਼ਿਮੀਂਦਾਰਾਂ ਨੂੰ ਪੁਲਿਸ ਅਧਿਕਾਰ ਖੋਹ ਲਿੱਤੇ ਗਏ। ਜ਼ਿਮੀਂਦਾਰਾਂ ਤੋਂ ਵਿਦਿਆਰਥੀਓ ਪੁਲਿਸ ਅਧਿਕਾਰ, ਕਿਉਂਕਿ ਜ਼ਿਮੀਂਦਾਰ ਜਿਹੜੇ ਸੀ ਉਹ ਅਤਿਆਚਾਰ ਕਰ ਰਹੇ ਸੀਗੇ ਗਰੀਬ ਲੋਕਾਂ 'ਤੇ, ਅਤੇ ਉਹਨਾਂ ਤੋਂ ਪੁਲਿਸ ਅਧਿਕਾਰ ਖੋਹ ਲਿੱਤੇ ਗਏ। ਹਰੇਕ ਥਾਣੇ ਦਾ ਮੁਖੀ ਦਰੋਗਾ ਬਣਾ ਤਾ। ਦਰੋਗਾ ਜ਼ਿਲ੍ਹਾ ਮੈਜਿਸਟ੍ਰੇਟ ਦੇ ਅਧੀਨ ਕੰਮ ਕਰਦਾ ਸੀ, ਅਤੇ ਲਾਰਡ ਕਾਰਨਵਾਲਿਸ ਦੁਆਰਾ ਪੁਲਿਸ ਕਮਿਸ਼ਨਰ ਵੀ ਨਿਯੁਕਤ ਕੀਤੇ ਗਏ। ਇਸ ਨਾਲ ਹੀ ਇਸ ਪਾਠ ਨੂੰ ਮੈਂ ਖਤਮ ਕਰਦੀ ਹਾਂ। ਧੰਨਵਾਦ।